नमस्कार, सत श्री अकाल। मैं हां सुरिंदर सिंह ते तुसीं वेख रहे हो प्राइम टाइम। प्राइम टाइम ਦੇ ਅੰਦਰ ਅੱਜ ਅਸੀਂ ਪੰਜਾਬ ਦੇ ਸਭ ਤੋਂ ਵੱਡੇ ਮੁੱਦੇ SYL ਤੇ ਪੂਰੇ ਸੰਖੇਪ ਨਾਲ ਚਰਚਾ ਕਰਾਂਗੇ ਕਿਉਂਕਿ ਸੂਬੇ ਦੀ ਮਾਨ ਸਰਕਾਰ ਨੇ SYL ਨਹਿਰ ਤੇ ਆਪਣਾ ਸਟੈਂਡ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੱਜ ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਵੀ ਮੁੱਖ ਚੋਣ ਕਮਿਸ਼ਨ ਨੇ ਕਰ ਦਿੱਤਾ। ਇਸ ਤੋਂ ਇਲਾਵਾ ਅੱਜ ਗੱਲ ਮਹਿੰਗਾਈ ਦੀ ਵੀ ਕਰਾਂਗੇ ਕਿਉਂਕਿ ਮਹਿੰਗਾਈ ਦੇ ਮਸਲੇ ਦੇ ਵਿੱਚ ਦੇਸ਼ ਦੀ ਜਨਤਾ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ। ਤੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰਾਈਮ ਟਾਈਮ ਦੀ। ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵਿਚਾਲੇ ਅੱਜ ਮੀਟਿੰਗ ਹੋਈ, ਪਰ ਮੀਟਿੰਗ ਬੇਸਿੱਟਾ ਨਿਕਲਦੀ ਹੈ। ਚੰਡੀਗੜ੍ਹ ਦੇ ਹਰਿਆਣਾ ਭਵਨ ਦੇ ਵਿਖੇ ਤੈਅ ਸਮੇਂ ਦੇ ਅਨੁਸਾਰ ਸਵੇਰੇ ਕਰੀਬ 11:30 ਵਜੇ ਇਹ ਮੀਟਿੰਗ ਸ਼ੁਰੂ ਹੋਈ ਜੋ ਕਰੀਬ 2 ਘੰਟੇ ਤੱਕ ਚੱਲੀ। ਬੈਠਕ ਦੇ ਵਿੱਚ ਹਰਿਆਣੇ ਵੱਲੋਂ ਨਹਿਰ ਦੀ ਉਸਾਰੀ ਲਈ ਪੰਜਾਬ ਸਰਕਾਰ ਦੇ ਅੱਗੇ ਮੰਗ ਰੱਖੀ ਗਈ, ਪਰ ਇਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰੇ ਤੋਂ ਖਾਰਜ ਕਰ ਦਿੱਤਾ। ਬੈਠਕ ਦੇ ਵਿੱਚ ਪੰਜਾਬ ਦੇ ਨਾਲ-ਨਾਲ ਹਰਿਆਣੇ ਤੋਂ ਵੀ ਨਹਿਰੀ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਐਡਵੋਕੇਟ ਜਨਰਲ ਦਫ਼ਤਰ ਦੇ ਨੁਮਾਇੰਦੇ ਵੀ ਖਾਸ ਤੌਰ ਤੇ ਮੌਜੂਦ ਸਨ ਤੇ ਇਸ ਬੈਠਕ ਦੇ ਦੌਰਾਨ ਅੱਜ ਚੰਡੀਗੜ੍ਹ ਦੇ ਵਿੱਚ ਕਾਫੀ ਹਲਚਲ ਰਹੀ ਅਤੇ ਵੱਖ-ਵੱਖ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਦੀ ਮਨਸ਼ਾ ਤੇ ਸਵਾਲ ਖੜੇ ਕੀਤੇ। ਹਾਲਾਂਕਿ ਇਸ ਬੈਠਕ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਕੀਤਾ ਕਿ ਪੰਜਾਬ ਦੇ ਕੋਲ ਹਰਿਆਣੇ ਨੂੰ ਦੇਣ ਲਈ ਬਿਲਕੁਲ ਵੀ ਵਾਧੂ ਪਾਣੀ ਨਹੀਂ ਹੈ। SYL ਦੀ ਬੈਠਕ ਖਤਮ ਹੋਈ ਤਾਂ ਸਭ ਤੋਂ ਪਹਿਲਾਂ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੀਡੀਆ ਦੇ ਸਾਹਮਣੇ ਆਏ। ਉਹਨਾਂ ਕਿਹਾ ਕਿ ਨਹਿਰ ਦੀ ਉਸਾਰੀ ਨੂੰ ਲੈ ਕੇ ਪੰਜਾਬ ਸਰਕਾਰ ਹਰਿਆਣੇ ਦਾ ਪ੍ਰਸਤਾਵ ਮੰਨਣ ਨੂੰ ਰਾਜੀ ਨਹੀਂ ਹੋਈ। ਕੁਝ ਹੋਰ ਮੁੱਦਿਆਂ ਤੇ ਚਰਚਾ ਜ਼ਰੂਰ ਹੋਈ ਜਿਸ ਦੀ ਸਹਿਮਤੀ ਬਣਦੀ ਦਿਖ ਰਹੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੇ CM ਭਗਵੰਤ ਮਾਨ ਨੂੰ ਕਿਹਾ ਕਿ ਪਾਣੀ ਬਾਰੇ ਬਾਅਦ ਦੇ ਵਿੱਚ ਚਰਚਾ ਕਰ ਲਾਂਗੇ, ਪਰ ਪੰਜਾਬ ਪਹਿਲਾਂ ਨਹਿਰ ਦਾ ਨਿਰਮਾਣ ਕਰੇ। ਇਸ ਦਾ ਸਖਤ ਜਵਾਬ ਦਿੰਦਿਆਂ CM ਭਗਵੰਤ ਮਾਨ ਨੇ ਕਿਹਾ ਕਿ ਜਦੋਂ ਪੰਜਾਬ ਦੇ ਕੋਲ ਹਰਿਆਣੇ ਨੂੰ ਦੇਣ ਲਈ ਪਾਣੀ ਨਹੀਂ ਤਾਂ ਨਹਿਰ ਬਣਾਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। CM ਮਾਨ ਨੇ ਕਿਹਾ ਕਿ ਹਰਿਆਣੇ ਨੂੰ ਪਾਣੀ ਦੇ ਪ੍ਰਬੰਧ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਨੀ ਚਾਹੀਦੀ ਹੈ। CM ਭਗਵੰਤ ਮਾਨ ਨੇ ਕਿਹਾ ਕਿ 1981 ਦੇ ਵਿੱਚ ਹੋਇਆ SYL ਸਮਝੌਤਾ 42 ਸਾਲਾਂ ਬਾਅਦ ਲਾਗੂ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਹੇਠਾਂ ਚਲਾ ਗਿਆ। ਮਾਨ ਨੇ ਕਿਹਾ ਕਿ ਪੰਜਾਬ ਦੇ ਕੋਲ ਹੁਣ 12.24 ਮਿਲੀਅਨ ਏਕੜ ਫੁੱਟ ਪਾਣੀ ਬਚਿਆ, ਜਦਕਿ ਹਰਿਆਣੇ ਦੇ ਕੋਲ 14.10 ਮਿਲੀਅਨ ਫੁੱਟ ਪਾਣੀ ਹੈ ਤੇ ਹਰਿਆਣੇ ਦੇ ਕੋਲ ਹੋਰ ਦਰਿਆਵਾਂ ਦਾ ਵੀ ਪਾਣੀ ਹੈ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਗਿਆ। CM ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਪਾਣੀ 600 ਫੁੱਟ ਹੇਠਾਂ ਚਲਾ ਗਿਆ। ਉਹਨਾਂ ਨੇ ਕਿਹਾ ਕਿ ਸਤਲੁਜ ਤੇ ਬਿਆਸ ਦਰਿਆ ਨਹੀਂ ਸਗੋਂ ਹੁਣ ਨਦੀਆਂ ਬਣ ਗਈਆਂ ਨੇ। मीटिंग तो बाद हरियाणे ते पंजाब के मुख्यमंत्री ने की कुछ किया, आओ भी सुना देंगे। मित्रों, जैसा हमको मालूम है कि ये जो विषय सतलुज यमुना लिंक नहर SYL, इस विषय पर वैसे तो बहुत वर्षों से ये पंजाब और हरियाणा के बीच में एक विवाद बना हुआ है। इस विवाद में 1981 से लेकर के और अभी तक सरकारों के बीच में भी बातचीत हुई है, सुप्रीम कोर्ट में भी विषय गया है, ट्रिब्यूनल और कमीशंस ये भी इस पर बैठे हैं। अब अंतिम चरण में सुप्रीम कोर्ट ने ये कहा है कि एक जो वर्डिक्ट दिया गया था कि SYL बननी है, हरियाणा के हित में ये फैसला दिया गया था, उसकी एग्जीक्यूशन के लिए एक सुनवाई जो चल रही थी, सुप्रीम कोर्ट ने कहा है कि एक अवसर दोनों प्रदेशों के मुख्यमंत्री आपस में बैठ करके और इसके एग्जीक्यूशन का कोई रास्ता निकालें, और इसके लिए 4 महीने का समय दिया गया है। जनवरी 23 में अगली तारीख है। इस संदर्भ में पहले भी सुप्रीम कोर्ट ने कहा था, तो हम लोगों ने पंजाब के मुख्यमंत्री को उस समय पत्र लिख करके एक मीटिंग करने की बात कही थी। कैप्टन अमरिंदर सिंह जी उस समय पंजाब के मुख्यमंत्री थे, केंद्रीय मंत्री गजेंद्र शेखावत जी और हम दोनों मुख्यमंत्री तीनों की बैठक हुई थी, लेकिन उस कंटिन्यूएशन में कोविड के कारण से अगली बैठकें नहीं हो पाई। अभी जो बाद की डायरेक्शन सुप्रीम कोर्ट की 6 सितंबर को जो दोबारा से सुप्रीम कोर्ट ने कहा है कि 4 महीने के अंदर अंदर बैठक करके और कोई फैसला किया जाए या कोई रास्ता निकाला जाए, उसका कोई अल्टरनेटिव भी है तो भी ढूंढा जाए। उसी संदर्भ में पंजाब के मुख्यमंत्री जी के साथ आज हमारी बैठक थी।
लेकिन उस बैठक में कोई इस प्रकार का विषय सहमति का तो नहीं बन पाया है कि एसवाईएल बनाने के लिए कोई रास्ता पंजाब हमको सुझाए या हमारे सुझाव पर पंजाब उसको सिरे चढ़ाए, क्योंकि उन लोगों का मत पानी के बंटवारे का ये पहले रखने का था। हमारा मत, क्योंकि सुप्रीम कोर्ट ने अभी वर्डिक्ट दिया है अपना एसवाईएल बनाने का, तो जो सुप्रीम कोर्ट का वर्डिक्ट है उस पर ही बातचीत की जाए, इस पर उनकी सहमति नहीं थी। तो अंतोगत्वा सुप्रीम कोर्ट को कहने के लिए हमको भी अपना कहना है कि आपस में मुख्यमंत्रियों की बातचीत में इस प्रकार का कोई विषय सहमति नहीं बन पाई है। अब हम ये रिपोर्ट केंद्रीय वाटर रिसोर्सेज मिनिस्टर श्री गजेंद्र शेखावत जी को हम उनको बताएंगे। अब उनकी योजना पर निर्भर करता है कि क्या वो कोई और मीटिंग इन 4 महीने के समय में जनवरी से पहले और बुलाएंगे अथवा सुप्रीम कोर्ट में सीधा हम लोग ये राय अपनी रखेंगे। इन बातों को आज मुख्य रूप से बातचीत हुई। आम तौर ਤੇ ਜਿਹੜੇ ਸਮਝੌਤੇ ਨੇ, ਜਿੰਨੇ ਵੀ ਸਮਝੌਤੇ ਨੇ ਪਾਣੀਆਂ ਦੇ, ਉਹਦੇ ਵਿੱਚ ਇੱਕ ਕਲੌਜ਼ ਹੁੰਦਾ ਹੈ ਕਿ 25 ਸਾਲ ਬਾਅਦ ਅਸੀਂ ਰਿਵਿਊ ਕਰਾਂਗੇ। ਕਲਾਈਮੇਟ ਚੇਂਜ ਹੋ ਗਿਆ, ਪਹਾੜ ਖਿਸਕ ਗਏ, ਇੱਧਰ ਉੱਧਰ ਪਾਣੀ ਘਟ ਵੱਧ ਜਾਂਦਾ ਹੈ। ਇਹ 1981 ਵੇਲੇ ਦਾ ਜਿਹੜਾ ਐਸਵਾਈਐਲ ਵਾਲਾ, ਇਹ 'ਚ ਕੋਈ 25 ਸਾਲ ਵਾਲਾ ਨਹੀਂ ਪਾਇਆ ਹੋਇਆ, ਜਾਨੀ ਕਿ 41 ਸਾਲ ਪਹਿਲਾਂ ਵਾਲਾ ਸਮਝੌਤੇ ਤੇ ਹੋ। ਇਸ ਵਕਤ ਇੱਕ ਬਹੁਤ ਹੋਰ ਦੁਖਦਾਇਕ ਗੱਲ ਹੈ, ਜਦੋਂ ਯੂਨਾਈਟਿਡ ਪੰਜਾਬ ਸੀ, ਪੰਜਾਬ ਤੇ ਹਰਿਆਣਾ ਸਾਂਝੇ ਸੀ, ਤਾਂ ਯਮਨਾ ਜਿਹੜਾ ਸੀ, ਯਮਨਾ ਦਾ ਪਾਣੀ ਉਹ 'ਚ ਪੰਜਾਬ ਦਾ ਹਿੱਸਾ ਸੀ। ਤੇ ਜਦੋਂ 66 ਦੇ ਵਿੱਚ ਪੰਜਾਬ ਬਣ ਗਿਆ, ਹਰਿਆਣੇ ਦਾ ਤਾਂ ਯਮਨਾ ਦਾ ਹਿੱਸਾ ਰਹਿ ਗਿਆ, ਸਾਡਾ ਜ਼ੀਰੋ। ਫਿਰ ਜੇ ਯਮਨਾ 'ਚ ਸਾਡਾ ਹਿੱਸਾ ਨਹੀਂ ਤਾਂ ਸਤਲੁਜ ਤੇ ਬਿਆਸ ਦੇ ਵਿੱਚ ਕਿੱਥੋਂ ਪਾਣੀ ਦੇ ਦਈਏ ਅਸੀਂ ਪਾਣੀ, ਜਦੋਂ ਪਾਣੀ ਨਹੀਂ ਹੈਗਾ ਸਾਡੇ ਕੋਲ। ਇਸ ਵਕਤ ਮੈਂ ਤਾਂ ਉਹਨਾਂ ਨੂੰ ਇਹੀ ਕਿਹਾ, ਦੇਖੋ ਰਾਵੀ ਬਿਆਸ 1981 ਸਮਝੌਤੇ ਅਨੁਸਾਰ 4.22 MAF ਮਿਲੀਅਨ ਏਕੜ ਦੇ ਨਾਲ ਗਿਣਿਆ ਜਾਂਦਾ ਹੈ, ਮਿਲੀਅਨ ਏਕੜ ਫੀਟ। 4.22 ਪੰਜਾਬ ਕੋਲੇ ਆ, 3.5 ਹਰਿਆਣੇ ਕੋਲ। ਸਤਲੁਜ ਦਾ ਪਾਣੀ 8.02 ਪੰਜਾਬ ਕੋਲ, 4.33 ਹਰਿਆਣੇ ਕੋਲ। ਯਮਨਾ 0 ਪੰਜਾਬ ਕੋਲ, 4.65 ਹਰਿਆਣੇ ਕੋਲ। ਸ਼ਾਰਦਾ ਯਮਨਾ ਲਿੰਕ 0 ਪੰਜਾਬ ਕੋਲ, 1.62 ਹਰਿਆਣਾ। ਸਾਡੇ ਕੋਲ ਬਣਦਾ ਟੋਟਲ 12.24 ਮਿਲੀਅਨ ਏਕੜ ਫੀਟ ਪਾਣੀ। ਤੇ ਹਰਿਆਣਾ ਹਾਲਾਂਕਿ ਰਕਬਾ ਵੀ ਘੱਟ ਆ ਸਾਡੇ ਨਾਲ, ਉਹਨਾਂ ਕੋਲ ਹੈਗਾ 14.10, ਤੋਂ ਪਹਿਲੀ ਉਹਨਾਂ ਕੋਲ ਸਾਡੇ ਨਾਲੋਂ ਜ਼ਿਆਦਾ ਪਾਣੀ ਹੈ। ਇਸ ਤੋਂ ਇਲਾਵਾ ਹਰਿਆਣਾ 'ਚ ਘੱਗਰ, ਟਾਂਗਰੀ ਨਦੀ, ਮਾਰਕੰਡਾ ਨਦੀ, ਸਰਸਵਤੀ ਨਦੀ, ਚੋਟਾਂਗ, ਰਕਸ਼ੀ, ਨਈ ਨਾਲਾ, ਸਾਹਿਬੀ ਨਦੀ, ਕ੍ਰਿਸ਼ਨਾ ਦਾਊਨ, ਲੰਡੋਹਾ, ਉਹਨਾਂ ਦਾ ਵੀ 2.70 ਮਿਲੀਅਨ ਏਕੜ ਫੀਟ ਪਾਣੀ ਉਹਨਾਂ ਕੋਲੇ ਹੈਗਾ, ਜਿਹਨੂੰ ਕਿਸੇ ਖਾਤੇ 'ਚ ਨਹੀਂ ਪਾਇਆ ਜਾਂਦਾ। ਅੱਜ ਅਸੀਂ ਹਰਿਆਣੇ ਨੂੰ ਇਹ ਪੱਖ ਰੱਖਿਆ, ਹਰਿਆਣਾ ਕਹਿੰਦਾ ਵੀ ਐਸਵਾਈਐਲ ਦਾ ਨਿਰਮਾਣ ਸ਼ੁਰੂ ਕਰੋ। ਅਸੀਂ ਕਿਹਾ ਜੀ ਜਦੋਂ ਸਾਡੇ ਕੋਲੇ ਪਾਣੀ ਹੈ ਨਹੀਂ, ਨਹਿਰ ਕਾਹਦੇ ਵਾਸਤੇ ਬਣਾਉਣੀ ਹੈ? ਸਾਡੇ ਪਾਣੀ ਦਾ ਰਿਵਿਊ ਕਰ ਲਓ, ਅੱਜ ਕਿੰਨਾ ਰਹਿ ਗਿਆ ਸਾਡੇ ਕੋਲੇ। 1981 ਵੇਲੇ ਦੀ ਗੱਲ ਹੋਰ ਹੈ, ਮੇਰੇ ਬਹੁਤ ਸੀਨੀਅਰ ਪੱਤਰਕਾਰ ਖੜੇ ਨੇ। 1981 ਵੇਲੇ 5-7 ਫੁੱਟ ਤੇ ਬੋਰ ਲੱਗ ਜਾਂਦਾ ਸੀ, ਪਾਣੀ ਆ ਜਾਂਦਾ ਸੀ। ਹੁਣ 600 ਫੁੱਟ ਤੇ ਚਲੇ ਗਿਆ, ਥੱਲੇ ਧਰਤੀ ਵਾਲਾ ਪਾਣੀ ਵੀ ਖਤਮ ਕਰ ਲਿਆ। ਅਸੀਂ ਇਹ ਕਿਹਾ ਕਿ ਹਰਿਆਣੇ ਨੂੰ ਜੇ ਪਾਣੀ ਦੀ ਘਾਟ ਹੈ, ਹਰਿਆਣੇ ਦੇ ਲੋਕਾਂ ਨੂੰ ਪਾਣੀ ਚਾਹੀਦਾ ਸਿੰਚਾਈ ਵਾਸਤੇ ਜਾਂ ਜਿਹੜੇ ਮਰਜ਼ੀ ਇਸਤੇਮਾਲ ਵਾਸਤੇ, ਤਾਂ ਪੰਜਾਬ ਤੇ ਹਰਿਆਣਾ ਦੋਨੇ ਸਟੇਟਾਂ ਪ੍ਰਧਾਨ ਮੰਤਰੀ ਜੀ ਕੋਲ ਚੱਲਦੇ ਆ, ਨਰਿੰਦਰ ਮੋਦੀ ਜੀ ਕੋਲ, ਉਹਨਾਂ ਨੂੰ ਦੱਸ ਦਿੰਦੇ ਆ ਤੇ ਨਰਿੰਦਰ ਮੋਦੀ ਜੀ ਹਰਿਆਣੇ ਵਾਸਤੇ ਕੋਈ ਯਮਨਾ ਚੋਂ ਜਾਂ ਗੰਗਾ ਚੋਂ ਉਧਰੋਂ ਪ੍ਰਬੰਧ ਕਰ ਦੇਣ। ਸਾਡੇ ਕੋਲੇ ਪਾਣੀ ਹੈ ਨਹੀਂ, ਅਸੀਂ ਕੋਈ ਦੁਸ਼ਮਣੀ ਨਹੀਂ ਸਾਡੀ, ਪਰ ਜਦੋਂ ਜਿਹੜੀ ਚੀਜ਼ ਸਾਡੇ ਕੋਲ ਹੈ ਹੀ ਨਹੀਂ ਉਹ ਕਿੱਥੋਂ ਦੇ ਦਈਏ। ਤੇ ਨਾਲ ਪ੍ਰਧਾਨ ਮੰਤਰੀ ਜੀ ਕਿਉਂਕਿ ਸਾਰਾ ਮੁਲਕ ਦੇਖਦੇ ਨੇ, ਸਰਕਾਰ
ਹਰਿਆਣੇ ਦੇ ਵਿੱਚ ਵੀ ਉਹਨਾਂ ਦੀ ਪਾਰਟੀ ਦੀ ਹੈ। ਅਸੀਂ ਦੋਨੇ ਰਾਜ ਪ੍ਰਧਾਨ ਮੰਤਰੀ ਜੀ ਕੋਲ ਜਾਈਏ ਤੇ ਉਹਨਾਂ ਨੂੰ ਕਹੀਏ ਜੀ ਹਰਿਆਣੇ ਨੂੰ ਪਾਣੀ ਕਿਧਰੇ ਹੋਰ ਪਾਸਿਓਂ ਦੇ ਦਿਓ, ਜੇ ਯਮੁਨਾ ਦਾ ਪਾਣੀ ਜਿਹੜਾ ਉਹ ਸ਼ਾਰਦਾ ਨਦੀ ਰਾਹੀਂ ਜਾਂਦਾ ਹੈ ਤਾਂ ਉਹਦੇ ਚੋਂ ਦੇ ਦਿਓ, ਪਰ ਸਤਲੁਜ ਤੇ ਬਿਆਸ ਹੁਣ ਦਰਿਆ ਵੀ ਨਹੀਂ ਕਹਿ ਸਕਦੇ ਵੀ ਨਦੀਆਂ ਬਣ ਗਈਆਂ। ਪਹਿਲਾਂ ਪੰਜਾਬ ਦਾ ਨਾਮ ਇਸ ਤੋਂ ਪਹਿਲਾਂ ਪੰਚਨਾਦ ਹੁੰਦਾ ਸੀ, 5 ਨਦੀਆਂ, ਫਿਰ ਪੰਜਾਬ ਬਣ ਗਿਆ ਦਰਿਆ। ਅੱਜ ਫੇਰ ਸਾਡੀਆਂ ਜਿਹੜੇ ਦਰਿਆ ਨੇ ਉਹ ਨਦੀਆਂ ਬਣ ਗਏ। ਸਾਡੇ ਕੋਲ ਜਿਸ ਵੇਲੇ ਸਮਝੌਤਾ ਹੋਇਆ ਸੀ ਉਸ ਵੇਲੇ ਇਹ ਤੁਹਾਡੇ ਕੋਲ ਡਾਟਾ ਜੀ ਸਰ ਕਿੰਨਾ ਪਾਣੀ ਸੀ ਤੇ ਅੱਜ ਕਿੰਨਾ ਹੈ? ਸਰ 18.31 ਸਰ ਹੁਣ 18 ਪੁਆਇੰਟ ਜਿਸ ਵੇਲੇ ਇਹ ਸਰ 18.36 ਸੀਗਾ ਸਰ, ਹੁਣ 12.63 ਰਹਿ ਗਿਆ ਜੀ। 18.36 ਸੀਗਾ ਜਿਸ ਵੇਲੇ ਇਹ ਐਗਰੀਮੈਂਟ 81 ਚ ਹੋਇਆ। 18.565 18.56 MF ਸੀਗਾ। ਹੁਣ ਸਾਡੇ ਕੋਲ ਜਿਹੜਾ ਲੇਟੈਸਟ ਹੈ 12.636 ਹੈ। ਹੁਣ ਉਸ ਵੇਲੇ ਦੇ ਐਗਰੀਮੈਂਟ ਨੂੰ ਅਸੀਂ ਹੁਣ ਕਿਵੇਂ ਲਾਗੂ ਕਰ ਸਕਦੇ ਹਾਂ? ਅਸੀਂ ਹਰਿਆਣੇ ਨੂੰ ਫੇਰ ਕਹਿੰਦੇ ਹਾਂ ਕਿ ਛੋਟੇ ਭਾਈ ਦੇ ਤੌਰ ਤੇ ਟਰੀਟ ਕਰਦੇ ਹਾਂ, ਪਰ ਜਿਹੜੀ ਚੀਜ਼ ਸਾਡੇ ਕੋਲ ਹੈ ਨਹੀਂ ਅਸੀਂ ਕਿਵੇਂ ਬਣਾ ਦਈਏ? ਉਹ ਕਹਿੰਦੇ ਜੀ ਪਾਣੀ ਬਾਅਦ 'ਚ ਦੇਖ ਲਾਂਗੇ, ਪਹਿਲਾਂ ਨਹਿਰ ਬਣਾਓ। ਨਹਿਰ ਕਾਹਦੇ ਵਾਸਤੇ ਬਣਦੀ ਹੈ? ਪਾਣੀ ਵਾਸਤੇ। ਪਾਣੀ ਹੈ ਨਹੀਂ। ਅਸੀਂ ਕਿਹਾ ਜੀ ਪਾਣੀ ਦਾ ਤਾਂ ਪਹਿਲਾਂ ਰਿਵਿਊ ਕਰਾ ਲਓ ਕਿ ਹੁਣ ਸਾਡੇ ਕੋਲ ਕਿੰਨਾ ਹੈ। ਇੱਕ ਇਹਦੇ ਵਿੱਚ ਹੋਰ ਪੁਆਇੰਟ ਹੈ, ਪੰਜਾਬ ਸਿਰਫ 23% ਸਿਰਫ ਕਨਾਲ ਵਾਟਰ ਜਿਹੜਾ ਸਾਡਾ ਕੈਨਾਲ ਸਿਸਟਮ ਹੈ 27% ਜਿਹੜਾ ਪੰਜਾਬ ਹੈ ਉਹ ਨਦੀਆਂ ਨਹਿਰਾਂ ਤੇ ਨਾਲਿਆਂ ਦਾ ਪਾਣੀ ਧਰਤੀ ਤੋਂ ਥੱਲੋਂ ਕੱਢ ਰਿਹਾ। ਸੋ ਐਵੇਂ ਬਾਹਰੋਂ ਕਹਿਣ ਨੂੰ ਹੀ ਆ ਕਿ ਪੰਜਾਬ ਹੈ ਉੱਥੇ ਦਰਿਆ ਵਗਦੇ ਨੇ। ਸਾਡਾ ਕਨਾਲ ਸਿਸਟਮ ਪਾਰਟੀਸ਼ਨ ਤੋਂ ਪਹਿਲਾਂ ਦਾ 1400 ਕਿਲੋਮੀਟਰ ਸਾਡੀਆਂ ਨਦੀਆਂ ਬੰਦ ਹੋ ਗਈਆਂ। 1400 ਕਿਲੋਮੀਟਰ ਨਹਿਰਾਂ ਨਦੀਆਂ ਬੰਦ ਹੋ ਗਈਆਂ ਸਾਡੀਆਂ। ਤੇ ਜਿਹੜੇ ਕਹਿੰਦੇ ਸੀਗੇ ਆਲ ਪਾਰਟੀ ਮੀਟਿੰਗ ਰੱਖ ਲਓ, ਸਾਡੇ ਨਾਲ ਸਲਾਹ ਕਰਕੇ ਜਾਇਓ, ਦੇਖੋ ਕਿਤੇ ਗਲਤ ਫੈਸਲਾ ਨਾ ਕਰ ਲਓ। ਕਿਹਦੇ ਨਾਲ ਰੱਖਦਾ ਮੈਂ ਆਲ ਪਾਰਟੀ ਮੀਟਿੰਗ? ਅਕਾਲੀ ਦਲ ਤੇ ਕਾਂਗਰਸ ਨਾਲ, ਤੇ ਉਹਨਾਂ ਦੇ ਤਾਂ ਕੰਡੇ ਬੀਜੇ ਹੋਏ ਨੇ। ਐਸਵਾਈਐਲ ਦੇ ਮਾਮਲੇ ਦੇ ਵਿੱਚ ਇੱਕ ਪਾਸੇ ਦੋਵੇਂ ਮੁੱਖ ਮੰਤਰੀ ਦੀ ਬੈਠਕ ਚੱਲ ਰਹੀ ਸੀ ਤੇ ਦੂਜੇ ਪਾਸੇ ਵਿਰੋਧੀ ਧਿਰਾਂ ਵੱਲੋਂ ਇਸ ਸਾਰੇ ਵਿਵਾਦ ਤੇ ਸਰਕਾਰ ਨੂੰ ਚਾਨਣ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੰਜਾਬ ਕਾਂਗਰਸ ਦੀ ਗੱਲ ਰੱਖੀਏ ਤਾਂ ਸੂਬਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਪੂਰੇ ਮਸਲੇ ਤੇ ਹੋਰ ਤਿਆਰੀ ਕਰਕੇ ਜਾਣੀ ਚਾਹੀਦੀ ਸੀ। ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਰਕਾਰ ਦੇ ਸਟੈਂਡ ਦਾ ਸਮਰਥਨ ਤਾਂ ਕੀਤਾ, ਪਰ ਨਾਲ ਹੀ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਵੀ ਅੱਗੇ ਰੱਖ ਦਿੱਤੀਆਂ। ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਜੋ ਗਰੰਟੀ ਹਰਿਆਣੇ ਦੇ ਲੋਕਾਂ ਨੂੰ ਦਿੱਤੀ ਗਈ ਸੀ ਉਸ ਤੇ ਅਜੇ ਵੀ ਖਦਸ਼ਾ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸੰਬੰਧ ਦੇ ਵਿੱਚ ਪੰਜਾਬ ਦੀ ਜਨਤਾ ਦੇ ਸਾਹਮਣੇ ਪੂਰੀ ਸੱਚਾਈ ਰੱਖਣੀ ਚਾਹੀਦੀ ਹੈ। ਤੇ ਹੋਰ ਕੀ ਕੁਝ ਰਾਜਾ ਵੜਿੰਗ ਤੇ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ, ਆਓ ਉਹ ਵੀ ਸੁਣ ਲਈਏ। ਵੇਖੋ, ਪਹਿਲੀ ਗੱਲ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਹਦੀ ਤਿਆਰੀ ਕਰਨੀ ਚਾਹੀਦੀ ਸੀ। ਤਿਆਰੀ ਤੋਂ ਭਾਵ ਇਹ ਹੈ ਕਿ तमाम ਉਹ ਲੋਕ ਜਿਨ੍ਹਾਂ ਨੂੰ ਪਾਣੀਆਂ ਦੀ ਨੌਲੇਜ ਹੈ, ਉਹ ਫਾਰਮਰ ਲੀਡਰ ਸਾਡੇ ਸਾਰੀਆਂ ਪਾਰਟੀਆਂ ਦੇ ਆਗੂ ਸਹਿਬਾਨ
ਨਾਲ ਬੈਠ ਕੇ ਚਰਚਾ ਕਰਨੀ ਚਾਹੀਦੀ ਸੀ। ਮੈਂ ਲਿਖਿਆ ਵੀ ਸੀ ਤਾਂ ਜੋ ਪੰਜਾਬ ਦੇ ਲੋਕ ਤੇ तमाम ਪਾਰਟੀਆਂ ਦੇ ਆਗੂ ਸਹਿਬਾਨ ਤੇ ਸਾਡੇ ਕਿਸਾਨ ਭਰਾ, ਉਹ ਕਿਸਾਨ ਦੇ ਆਗੂ ਉਹ ਚਾਹੁੰਦੇ, ਉਹ ਫਿਰ ਅਸੀਂ ਗੱਲ ਕਰਦੇ, ਉੱਥੇ ਗੱਲ ਕਰਦੇ। ਔਰ ਵੈਸੇ ਕਨਸਟੀਟਿਊਸ਼ਨਲ ਸਾਡਾ ਹੱਕ ਹੈਗਾ, ਹਰਿਆਣਾ ਦਾ ਹੱਕ ਹੀ ਨਹੀਂ ਬਣਦਾ। ਖੱਟਰ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਪਹਿਲਾਂ ਨਹਿਰ ਬਣਾਓ, ਬਈ ਤੁਹਾਡਾ ਕੋਈ ਹੱਕ ਹੀ ਨਹੀਂ ਹੈ। ਔਰ ਮਗਰਲੀਆਂ ਸਰਕਾਰਾਂ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਚਾਹੇ ਉਹ ਅਕਾਲੀ ਦਲ ਦੀ ਸਰਕਾਰ ਸੀ, ਅਸੀਂ ਰੈਜ਼ੋਲੂਸ਼ਨ ਵੀ ਪਾ ਕੇ ਵਿਧਾਨ ਸਭਾ ਦੇ ਵਿੱਚ ਭੇਜਤੇ, ਯੂਨੈਨਿਮਸਲੀ ਹੋ ਗਏ, ਸਰਬ ਪਾਰਟੀ ਲੜਾਈ ਲੜਤੀ ਵੀ ਪਾਣੀ ਬਿਲਕੁਲ ਨਹੀਂ ਜਾਏਗਾ। ਹਾਲਾਂਕਿ ਇੱਥੋਂ ਤੱਕ ਹੋ ਗਿਆ ਵੀ ਲੋਕਾਂ ਦੀਆਂ ਜ਼ਮੀਨਾਂ ਵਾਪਸ ਕਰ ਦਿੱਤੀਆਂ ਜਾਣ ਜਿਹੜੀਆਂ ਅਕਵਾਇਰ ਕੀਤੀਆਂ ਸਨ, ਇੰਤਕਾਲ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਉਹ ਕਰ ਦਿੱਤੇ ਜਾਣ। ਨਹਿਰ ਨੂੰ ਭਰਨ ਦਾ ਕੰਮ ਸ਼ੁਰੂ ਹੋ ਗਿਆ ਸੀ। ਹੁਣ ਇਹ ਸਰਕਾਰ ਉਸ ਮੁੱਦੇ ਤੇ ਕੀ ਕਰਦੀ ਹੈ? ਮਾਨ ਸਾਹਿਬ ਦੀ ਸਰਕਾਰ, ਇਹਨਾਂ ਦਾ ਕੀ ਸਟੈਂਡ ਹੈ? ਇਹ ਗੱਲ ਕਹਿ ਦੇਣੀ ਹਰੇਕ ਹੀ ਮੁੱਦੇ ਤੇ, ਕੋਈ ਨਸ਼ਾ ਕਰਦਾ ਫੜਿਆ ਗਿਆ ਤਾਂ ਕਹਿ ਦੇਣਾ ਇਹ ਕੰਡੇ ਉਹਨਾਂ ਨੇ ਬੀਜੇ, ਕੋਈ ਮਾਈਨਿੰਗ ਦਾ ਫੜਿਆ ਗਿਆ ਤਾਂ ਕਹਿਣਗੇ ਉਹਨਾਂ ਦੇ ਕੰਡੇ ਬੀਜੇ, ਕੋਈ ਹੋਰ ਹਾਲਾਤ 10,000 ਕਰੋੜ 15,000 ਕਰੋੜ ਦਾ ਕਰਜ਼ਾ ਲੈਣਾ ਪਿਆ ਤਾਂ ਕਹਿਣਗੇ ਉਹਨਾਂ ਦੇ ਕੰਡੇ ਬੀਜੇ। ਇਹ ਕਦ ਤੱਕ ਹੁਣ ਇਹ ਕਹਿਣਗੇ ਵੀ ਇਹ ਸਾਡੇ ਕੰਡੇ ਬੀਜੇ ਹੈ? 92 ਸੀਟਾਂ ਦੇ ਨਾਲ ਮਾਨ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ। ਪੀਪਲ ਆਰ ਵਾਚਿੰਗ ਹਿਮ, ਲੋਕ ਵੇਖ ਰਹੇ ਨੇ ਕਿ ਕੀ ਸਟੈਪਸ ਮਾਨ ਸਾਹਿਬ ਦੀ ਸਰਕਾਰ ਲੈ ਰਹੀ ਹੈ, ਕਿਸ ਤਰ੍ਹਾਂ ਦੀ ਲੜਾਈ ਲੜੇਗੀ, ਕੀ ਵੱਖਰਾ ਕਰੇਗੀ ਪੰਜਾਬ ਦੇ ਕਿਸਾਨਾਂ ਦੇ ਵਾਸਤੇ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਬਦਲਾਅ ਦੀ ਸਰਕਾਰ ਬਣਾਉਣ ਤੋਂ ਪਹਿਲਾਂ। SYL ਤੇ ਕੀ ਨਵਾਂ ਫੈਸਲਾ ਲੈ ਕੇ ਆਏਗੀ, ਕੀ ਭਗਵੰਤ ਸਿੰਘ ਮਾਨ ਕਹਿਣਾ। ਹਜੇ ਤੱਕ ਇੰਨੀ ਗੱਲ ਹੀ ਨਹੀਂ ਕਲੀਅਰ ਕਰ ਸਕੇ ਕਿ ਤੁਹਾਡਾ ਰਾਜ ਸਭਾ ਮੈਂਬਰ, ਉਹਨੂੰ ਕਹਿਣਾ ਚਾਹੀਦਾ ਹਟ ਪਿੱਛੇ। ਐਸੇ ਰਾਜ ਸਭਾ ਮੈਂਬਰ ਕਿਹੜਾ ਹੈ? ਰਾਜ ਸਭਾ ਮੈਂਬਰ ਜਿਹੜਾ ਇਹ ਕਹਿ ਸਕਦਾ? ਵੇਖੋ, ਪਾਰਟੀ ਦਾ ਰਾਜ ਸਭਾ ਮੈਂਬਰ ਹਰਿਆਣੇ ਦੇ ਨੇ ਕਿਹਾ ਕਿ ਅਸੀਂ 2025 ਦੇ ਵਿੱਚ ਪਾਣੀ ਲੈ ਕੇ ਜਾਵਾਂਗੇ, ਕੋਈ ਛੋਟੀ ਗੱਲ ਨਹੀਂ ਹੈ। ਇਹਨੂੰ ਕੋਈ ਤਰਜੀਹ ਨਹੀਂ ਦੇ ਰਿਹਾ ਤੁਹਾਡੇ ਚੋਂ ਵੀ, ਮੀਡੀਆ ਕਰਮੀ ਵੀ ਪੁੱਛਣਗੇ। ਪਹਿਲਾਂ ਤਾਂ ਉਹਨੂੰ ਕਹਿਣ ਕਿ ਉਹ ਮਾਫੀ ਮੰਗੇ ਤੇ ਆਪਦਾ ਬਿਆਨ ਵਾਪਸ ਲਵੇ। ਬਿਲਕੁਲ ਪੰਜਾਬ ਦਾ ਤੁਬਕਾ, ਇਹ ਤਾਂ ਅਸੀਂ ਵੀ ਗੱਲ ਕਹਿ ਰਹੇ ਹਾਂ, ਮਰਾਂਗੇ ਅਸੀਂ, ਪੰਜਾਬ ਦਾ ਪਾਣੀ ਤੁਬਕਾ ਵੀ ਨਹੀਂ ਜਾਣ ਦਿਆਂਗੇ, SYL ਬਿਲਕੁਲ ਨਹੀਂ ਬਣ ਦਿਆਂਗੇ, ਇਹ ਤਾਂ ਅਸੀਂ ਵੀ ਕਹਿ ਦਿਆਂਗੇ। ਪਰ ਇਹ ਗੱਲ ਕਹਿ ਕੇ ਪੰਜਾਬ ਦੇ ਮੁੱਖ ਮੰਤਰੀ ਫਿਰ ਤਾਂ ਮੀਟਿੰਗ 'ਚ ਜਾਣ ਦੀ ਲੋੜ ਹੀ ਨਹੀਂ, ਬਾਹਰ ਹੀ ਬਿਆਨ ਦੇ ਦਿਓ ਵੀ ਇਹ ਤਾਂ ਕੰਡੇ ਬੀਜੇ ਵੇ ਉਹਨਾਂ ਨੇ। ਇਹ ਹੁਣ ਤੁਸੀਂ 40 ਸਾਲ 50 ਫਿਰ ਹੁਣ ਕੰਡੇ ਚੁਗੋ, ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ, ਮੈਨੂੰ ਉਸ ਕੁਰਸੀ ਤੇ ਕਿਸੇ ਤੇ ਭਾਉਂਗੇ, ਮੈਂ ਕਹਾਂ ਮੈਂ ਹੁਣ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਗਿਆ ਤੇ ਮੈਂ ਕਹੀ ਜਾਵਾਂ ਇਹ ਪੁਰਾਣੇ ਨੇ ਕੰਡੇ ਬੀਜੇ ਆ। ਮੈਂ ਆਪਦਾ ਨਵਾਂ ਵਿਜ਼ਨ ਦੱਸਾਂ, ਨਵਾਂ ਰੋਡ ਮੈਪ ਦੱਸਾਂ ਕਿ ਵਾਟ ਆਈ ਐਮ ਗੋਇੰਗ ਟੂ ਡੂ ਔਨ ਦਿਸ SYL ਇਸ਼ੂ। ਮੈਂ ਕੀ ਕਰਾਂਗਾ, ਮੈਂ ਆਹ ਕਰਾਂਗਾ, ਮੈਂ ਆਹ ਕਰਾਂਗਾ, ਮੈਂ ਆਹ ਕਰਾਂਗਾ, ਜਿਹੜਾ ਮਗਰਲੀਆਂ ਸਰਕਾਰਾਂ ਨੇ ਨਹੀਂ ਕੀਤਾ ਮੈਂ ਆਹ ਕਰਾਂਗਾ, ਤਾਂ ਜੋ ਪੰਜਾਬ ਦੇ ਲੋਕ ਇਹ ਕਹਿਣ ਕਿ ਵਾਕਿਆ ਬਈ ਇਹ ਨਵਾਂ ਕਿਸਮ ਦਾ ਫੈਸਲਾ ਹੁਣ ਨਵੀਂ ਸਰਕਾਰ ਨੇ ਕੀਤਾ। ਇਸ ਗੱਲ ਕਹਿ ਕੇ, ਔਰ ਕੇਜਰੀਵਾਲ ਸਾਹਿਬ ਖਾਸ ਕਰਕੇ ਹੁਣ ਹਰਿਆਣਾ ਦੇ ਵਿੱਚ ਆਦਮਪੁਰ ਕੇ ਆਪਦਾ ਸਟੈਂਡ ਕਲੀਅਰ ਕਰ, ਉਹਨਾਂ ਦਾ ਰਾਜ ਸਭਾ ਮੈਂਬਰ ਸਟੈਂਡ ਕਲੀਅਰ ਕਰੇ। ਕਿਵੇਂ ਇੰਦਰਾ ਗਾਂਧੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਆਈ ਔਰ ਕਿਵੇਂ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਉਸ ਵੇਲੇ ਦੇ ਮੈਂਬਰ ਪਾਰਲੀਮੈਂਟ ਸੀ ਜਾਂ ਉਸ ਵੇਲੇ ਦੇ ਕਾਂਗਰਸ ਦੇ MLA ਤੇ ਮੁੱਖ ਮੰਤਰੀ ਸਾਹਿਬ ਨੇ ਇਸ ਗੱਲ ਦਾ ਸਵਾਗਤ ਕੀਤਾ। ਮੈਨੂੰ ਲੱਗਦਾ ਦਰਬਾਰਾ ਸਿੰਘ ਮੁੱਖ ਮੰਤਰੀ ਸਨ ਜਿਨ੍ਹਾਂ ਨੇ ਬੜਾ ਵੱਡਾ ਪ੍ਰੋਗਰਾਮ ਕਰਕੇ ਪਾਣੀ ਦੇਣ ਦੀ ਸ਼ੁਰੂਆਤ ਲਈ ਇੱਕ ਵੱਡਾ ਪ੍ਰੋਗਰਾਮ ਕਾਂਗਰਸ ਨੇ ਕੀਤਾ ਔਰ ਇਸ ਗੱਲ ਦਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਜਥੇਬੰਦੀ ਨੇ ਸਰਦਾਰ ਬਾਦਲ ਨੇ ਕੀਤਾ ਔਰ ਉਸ ਤੋਂ ਲੈ ਕੇ ਅੱਜ ਤੱਕ ਵਿਰੋਧ 'ਚ ਰਹੇ ਹੈ। ਔਰ ਇਹ ਵੀ ਅੱਜ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਗੱਲ ਕੀਤੀ ਕਿ ਕਿਵੇਂ ਪੰਜਾਬ ਨੇ ਜ਼ਮੀਨ ਡੀਨੋਟੀਫਾਈ ਕਰਤੀ ਹੈ। ਮੈਂ ਆਪਦੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਹਾਂ, ਸੱਚੇ ਪਾਤਸ਼ਾਹ ਦੀ ਬੜੀ ਅਪਾਰ ਬਖਸ਼ਿਸ਼ ਹੋਈ ਹੈ ਕਿ ਦਾਸ ਕੋਲੋਂ ਇਹ ਜ਼ਿੰਮੇਵਾਰੀ ਲਈ ਗਈ। ਬਾਦਲ ਸਾਹਿਬ ਨੇ ਕੈਬਨਿਟ ਨੇ ਫੈਸਲਾ ਕੀਤਾ ਔਰ ਦਾਸ ਰੈਵਨਿਊ ਮਿਨਿਸਟਰ ਸੀ ਜਦੋਂ 23 ਨਵੰਬਰ 2016 ਚ ਅਸੀਂ ਆਪ ਮੈਂ ਗਿਆ ਕਪੂਰੀ ਮੋਰਚੇ, ਸਾਡੇ ਸੈਕਟਰੀ ਸਾਹਿਬ ਗਏ, ਸਾਡੇ MLA ਸਾਹਿਬ ਉੱਥੇ ਮੌਜੂਦ ਸਨ। ਕਪੂਰੀ ਜਾ ਕੇ ਜਿੱਥੇ ਹਿਸਟੋਰਿਕ ਬਲੰਡਰ ਕਾਂਗਰਸ ਨੇ ਕੀਤਾ ਸੀ ਉਹਨੂੰ ਕਰੈਕਟ ਕਰਨ ਦਾ ਕੰਮ ਕੀਤਾ ਕਿ ਅਸੀਂ ਉਹ ਜ਼ਮੀਨਾਂ ਜਿਹੜੇ ਮਾਲਕਾਂ ਦਾ ਹੱਕ ਉਹਨਾਂ ਦੇ ਵਾਪਸ ਜ਼ਮੀਨਦਾਰਾਂ ਨੂੰ ਦੇਤੇ, ਵਾਪਸ ਉਹਨਾਂ ਮਾਲਕਾਂ ਨੂੰ ਦੇਤੇ। ਅੱਜ ਉਹ ਜ਼ਮੀਨ ਕੋਈ ਹੈ ਹੀ ਨਹੀਂ SYL, ਜਿਹੜੀ ਜ਼ਮੀਨ
ਸਾਡੇ ਕੋਲ ਹੈ। ਔਰ ਮੈਂ ਉਸ ਵੇਲੇ ਵੀ ਰੈਵਨਿਊ ਦੇ ਅਫੀਸ਼ੀਅਲਸ ਨੂੰ, ਪੰਜਾਬ ਦੇ ਲੋਕਾਂ ਨੂੰ, ਬਾਦਲ ਸਾਹਿਬ ਦਾ ਸ਼ੁਕਰੀਆ ਅਦਾ ਕੀਤਾ ਸੀ, ਲੋਕਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਸੀ ਕਿ ਅਸੀਂ ਆਲਮੋਸਟ 95% ਜ਼ਮੀਨ ਮਾਲਕਾਂ ਨੂੰ, ਜਿਹੜੀ SYL ਥੱਲੇ ਜ਼ਮੀਨ ਸੀ ਉਹ ਮਾਲਕਾਂ ਨੂੰ ਵਾਪਸ ਮੋੜਤੀ। ਇਸ ਲਈ ਪੰਜਾਬ ਕੋਲ ਕੋਈ ਜ਼ਮੀਨ ਨਹੀਂ। ਇਸ ਲਈ ਇਹ ਡੀ-ਨੋਟੀਫਾਈ ਕਰਕੇ ਜੋ ਜ਼ਿੰਮੇਵਾਰੀ ਨਿਭਾਈ ਸਾਡੇ ਰੈਵਨਿਊ ਡਿਪਾਰਟਮੈਂਟ ਨੇ ਉਸ ਵੇਲੇ, ਔਰ ਇਸ ਜ਼ਿੰਮੇਵਾਰੀ ਨੂੰ ਨਿਭਾਉਣ 'ਚ ਦਿਨ ਰਾਤ ਉਹਨਾਂ ਨੇ ਇੱਕ ਕਰਕੇ ਜ਼ਿੰਮੇਵਾਰੀ ਨਿਭਾਈ, ਪੰਜਾਬ ਦੇ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਅੱਜ ਉਸ ਗੱਲ ਨੂੰ, ਉਸ ਸੱਚ ਨੂੰ ਵੀ ਭਗਵੰਤ ਮਾਨ ਜੀ ਨੇ ਕਬੂਲਿਆ। ਭਗਵੰਤ ਮਾਨ ਜੀ, ਇੱਕ ਗਲਤੀ ਕਰ ਗਏ ਤੁਸੀਂ। ਮੈਂ ਤੁਹਾਡੇ ਤੋਂ ਦੋ ਗੱਲਾਂ ਦੀ ਸਪਸ਼ਟਤਾ ਚਾਹੁੰਦਾ, ਤੁਹਾਡਾ ਇਹਦੇ ਤੇ ਜ਼ਰੂਰ ਟਿੱਪਣੀ ਚਾਹੁੰਦਾ, ਕਿਉਂਕਿ ਸਭ ਜਾਣਦੇ ਤੁਹਾਡਾ ਰਿਮੋਟ ਕੰਟਰੋਲ ਕੇਜਰੀਵਾਲ ਸਾਹਿਬ ਦੇ ਹੱਥ 'ਚ। ਜਦ ਤੁਸੀਂ ਹਰਿਆਣੇ ਜਾ ਕੇ ਬੈਠੇ ਹੋ, ਮੈਂ ਵੀਡੀਓ ਵੀ ਸ਼ੇਅਰ ਕੀਤੀ ਹੈ, ਤੁਸੀਂ ਕਹਿੰਦੇ ਹੋ ਪੰਜਾਬ ਨੂੰ ਪਾਣੀ ਮਿਲਣਾ ਚਾਹੀਦਾ, ਮਗਰ ਨਾਲ ਹੀ ਕਹਿ ਦਿੰਦੇ ਹੋ ਕਿ ਹਰਿਆਣੇ ਨੂੰ ਵੀ ਮਿਲਣਾ ਚਾਹੀਦਾ ਤੇ ਦਿੱਲੀ ਨੂੰ ਵੀ ਮਿਲਣਾ ਚਾਹੀਦਾ। ਸਭ ਨੂੰ ਪਤਾ ਹੈ ਕਿ ਤੁਹਾਡੇ ਗੁਪਤਾ ਜੀ, ਜਿਹੜਾ ਮੈਂਬਰ ਆਫ ਪਾਰਲੀਮੈਂਟ ਨੇ ਰਾਜ ਸਭਾ ਦੇ ਆਮ ਆਦਮੀ ਪਾਰਟੀ ਦੇ, ਉਹ ਕਹਿੰਦੇ ਆ 2024 ਤੱਕ ਹਰਿਆਣੇ ਦੇ ਕੋਨੇ-ਕੋਨੇ 'ਚ SYL ਦਾ ਪਾਣੀ ਪਹੁੰਚਾਤਾ ਜਾਊਗਾ। ਕੀ ਭਗਵੰਤ ਮਾਨ ਜੀ, ਤੁਸੀਂ ਜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੋ, ਸਭ ਨੂੰ ਪਤਾ ਪੰਜਾਬ 'ਚ ਪਾਣੀ ਦਾ ਦਰ ਕਿੱਥੇ ਚਲੇ ਗਿਆ, ਕਿੰਨੇ ਬਲਾਕ ਪੰਜਾਬ ਦੇ ਪਾਣੀ ਤੋਂ ਵਾਂਝੇ ਹੋ ਚੱਲੇ ਹੌਲੀ-ਹੌਲੀ ਕਰਕੇ, ਬਿਕੋਜ਼ ਆਫ ਪਾਣੀ ਦਾ ਪੱਧਰ ਥੱਲੇ ਜਾਣ ਕਰਕੇ। ਕੀ ਤੁਸੀਂ ਅੱਜ ਕਮਿਟਮੈਂਟ ਕਰਦੇ ਹੋ ਕਿ ਤੁਸੀਂ ਗੁਪਤਾ ਜੀ ਨੂੰ, ਜਿਹਨੂੰ ਰਾਜ ਸਭਾ ਦੀ ਟਿਕਟ, ਹੂ ਵਾਸ ਹੈਂਡਪਿਕਡ ਚੋਜ਼ਨ ਬਾय ਅਰਵਿੰਦ ਕੇਜਰੀਵਾਲ, ਉਹਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਓਗੇ? ਕਿਉਂਕਿ ਜੇ ਨਹੀਂ ਵਿਖਾਇਆ, ਉਹ ਅੱਜ ਹਰਿਆਣੇ ਦੇ ਇੰਚਾਰਜ ਹੈ, ਫਿਰ ਮੈਂ ਸਮਝੂਗਾ ਕਿ ਉੱਥੇ ਤੁਸੀਂ ਇਨਡਾਇਰੈਕਟ ਸਪੋਰਟ ਉਸ ਮੈਂਬਰ ਪਾਰਲੀਮੈਂਟ ਗੁਪਤਾ ਜੀ ਦੀ ਕਰਦੇ ਹੋ, ਜਿਨੇ ਇਹ ਗੱਲ ਦੁਹਰਾਈ ਹੈ ਕਿ ਪੰਜਾਬ ਤੋਂ SYL ਦਾ ਪਾਣੀ ਹਰਿਆਣੇ ਦੇ ਕੋਨੇ-ਕੋਨੇ 'ਚ ਜਾਊਗਾ। ਇਸ ਲਈ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਔਰ ਦੂਜੀ ਗੱਲ, ਕੀ ਤੁਸੀਂ ਅਰਵਿੰਦ ਕੇਜਰੀਵਾਲ ਦੇ ਖਿਲਾਫ, ਗੁਪਤਾ ਜੀ ਦੇ ਖਿਲਾਫ ਔਰ ਅਰਵਿੰਦ ਕੇਜਰੀਵਾਲ ਦੇ ਖਿਲਾਫ ਜੋ ਸੁਪਰੀਮ ਕੋਰਟ 'ਚ ਉਹਨੇ ਐਫੀਡੇਵਿਟ ਦਿੱਤਾ ਹੈ ਕਿ ਦਿੱਲੀ ਨੂੰ ਵੀ ਪਾਣੀ ਮਿਲਣਾ ਚਾਹੀਦਾ, ਕੀ ਤੁਸੀਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਖੜੇ ਹੋ ਕੇ ਕਹੋਗੇ ਕਿ ਉਹ ਐਫੀਡੇਵਿਟ ਵਾਪਸ ਲਓ? ਜੇ ਇਹ ਦੋਵੇਂ ਕਾਰਵਾਈ ਤੁਸੀਂ ਨਹੀਂ ਕਰਦੇ ਤੇ ਤੁਸੀਂ ਕੇਵਲ ਤੇ ਕੇਵਲ ਪੁਰਾਣਾ ਡਰਾਮਾ ਰਚ ਰਹੇ ਹੋ, ਜਿਹੜਾ ਤੁਸੀਂ ਰੋਜ਼ ਹੀ ਰਚ ਰਹੇ ਹੋ ਪੰਜਾਬ 'ਚ। ਕਿਸੇ ਨੇ ਤੁਹਾਡੀ ਇਸ ਗੱਲ ਨੂੰ ਸੱਚ ਨਹੀਂ ਮੰਨਣਾ। ਕਿਉਂ? ਤੇ ਆਓ ਹੁਣ ਗ੍ਰਾਫਿਕਸ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰਕਾਰ SYL ਦਾ ਵਿਵਾਦ ਆਖਰਕਾਰ ਹੈ ਕੀ, ਕਦੋਂ ਤੋਂ ਇਹ ਵਿਵਾਦ ਸ਼ੁਰੂ ਹੋਇਆ, ਤਾਂ ਮਾਨਯੋਗ ਅਦਾਲਤਾਂ ਨੇ ਇਸ ਮਾਮਲੇ ਤੇ ਹੁਣ ਤੱਕ ਕੀ ਕੁਝ ਫੈਸਲੇ ਲਿੱਤੇ ਨੇ। ਉਸਾਰੀ ਅਧੀਨ ਸਤਲੁਜ ਯਮੁਨਾ ਲਿੰਕ ਨਹਿਰ ਦਾ ਵਿਵਾਦ ਕਈ ਦਹਾਕਿਆਂ ਤੋਂ ਜਾਰੀ ਹੈ। ਇਸ ਨਹਿਰ ਦਾ ਮੰਤਵ ਭਾਖੜਾ ਡੈਮ ਦਾ ਪਾਣੀ ਹਰਿਆਣਾ ਦੀ ਯਮੁਨਾ ਨਦੀ ਤੱਕ ਪਹੁੰਚਾਉਣਾ ਸੀ। 214 ਕਿਲੋਮੀਟਰ ਲਈ ਇਸ ਨਹਿਰ ਵਿੱਚੋਂ 122 ਕਿਲੋਮੀਟਰ ਨਹਿਰ ਦੀ ਉਸਾਰੀ ਪੰਜਾਬ ਦੇ ਜ਼ਿੰਮੇ ਸੀ ਅਤੇ 92 ਕਿਲੋਮੀਟਰ ਦੀ ਉਸਾਰੀ ਹਰਿਆਣੇ ਨੇ ਕਰਨੀ ਸੀ। ਭਾਰਤ ਦੀ ਵੰਡ ਤੋਂ ਬਾਅਦ ਇੰਡਸ ਵਾਟਰ ਟਰੀਟ ਦੇ ਸਮਝੌਤੇ ਦੇ ਤਹਿਤ ਭਾਰਤ ਨੂੰ ਸਤਲੁਜ, ਰਾਵੀ ਅਤੇ ਬਿਆਸ ਦੇ ਪਾਣੀਆਂ ਦੀ ਵਰਤੋਂ ਦਾ ਹੱਕ ਮਿਲ ਗਿਆ ਸੀ। 1955 ਦੇ ਵਿੱਚ ਰਾਵੀ ਅਤੇ ਬਿਆਸ ਨਦੀ ਦੇ ਵਿੱਚ 15.85 ਮਿਲੀਅਨ ਏਕੜ ਫੁੱਟ ਪਾਣੀ ਸੀ। ਕੇਂਦਰ ਨੇ ਰਾਵੀ ਦਾ 7.20 MF ਪਾਣੀ ਪੰਜਾਬ ਨੂੰ ਦਿੱਤਾ, 8 MF ਰਾਜਸਥਾਨ ਦੇ ਹਿੱਸੇ ਆਇਆ ਤੇ 0.65 MF ਜੰਮੂ ਕਸ਼ਮੀਰ ਨੂੰ ਮਿਲਿਆ। 1966 ਦੇ ਵਿੱਚ ਹਰਿਆਣੇ ਤੋਂ ਬਣਨ ਤੋਂ ਪਹਿਲਾਂ 7.2 ਮਿਲੀਅਨ ਏਕੜ ਫੁੱਟ ਪੰਜਾਬ ਦੇ ਹਿੱਸੇ ਆਇਆ ਸੀ। ਹਰਿਆਣਾ ਬਣਨ ਤੋਂ ਬਾਅਦ ਇਸ ਨੇ ਵੀ 4.8 ਮਿਲੀਅਨ ਏਕੜ ਫੁੱਟ ਪਾਣੀ ਦੀ ਮੰਗ ਰੱਖੀ। ਇਸ ਪਾਣੀ ਦੀ ਪੂਰੀ ਤਰ੍ਹਾਂ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਤਲੁਜ ਯਮੁਨਾ ਲਿੰਕ ਨਹਿਰ ਦਾ ਨਿਰਮਾਣ ਦਾ ਪ੍ਰਸਤਾਵ ਰੱਖਿਆ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਸੀ। 1976 ਦੇ ਦਹਾਕੇ ਦੇ ਵਿੱਚ ਐਮਰਜੈਂਸੀ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਦੋਵਾਂ ਸੂਬਿਆਂ ਨੂੰ 3.5 ਮਿਲੀਅਨ ਏਕੜ ਫੁੱਟ ਪਾਣੀ ਸੰਬੰਧੀ ਆਦੇਸ਼ ਜਾਰੀ ਕਰ ਦਿੱਤਾ ਗਿਆ ਤੇ 1978 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜ਼ਮੀਨ ਅਕਵਾਇਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਬਾਅਦ ਦੇ ਵਿੱਚ ਸਰਕਾਰ ਵੱਲੋਂ ਤਕਰੀਬਨ 5300 ਏਕੜ ਜ਼ਮੀਨ ਅਕਵਾਇਰ ਕੀਤੀ ਗਈ ਤੇ 1980 ਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਆਪਣੇ ਹਿੱਸੇ ਦੀ 92 ਕਿਲੋਮੀਟਰ ਲੰਬੀ ਨਹਿਰ ਸ਼ੁਰੂ ਕਰ ਲਈ ਗਈ ਤੇ 1981 ਦੇ ਵਿੱਚ ਕੇਂਦਰ, ਪੰਜਾਬ ਅਤੇ ਹਰਿਆਣੇ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਤੇ ਸੁਪਰੀਮ ਕੋਰਟ ਤੋਂ ਸੂਬਾ ਸਰਕਾਰਾਂ ਨੇ ਕੇਸ ਵਾਪਸ ਲੈਣ ਲਈ ਅਤੇ ਕੇਂਦਰ ਸਰਕਾਰ ਨੇ ਪੰਜਾਬ ਦਾ ਹਿੱਸਾ 3.5 ਮਿਲੀਅਨ ਏਕੜ ਫੁੱਟ ਤੋਂ ਵਧਾ ਕੇ 4.22 ਮਿਲੀਅਨ ਏਕੜ ਫੁੱਟ ਕਰ ਦਿੱਤਾ।
ਤੇ 1982 ਅਪ੍ਰੈਲ ਦੇ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਸਮਾਗਮ ਪਟਿਆਲੇ ਦੇ ਕਪੂਰੀ ਪਿੰਡ ਦੇ ਵਿੱਚ ਹੋਇਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਅਤੇ ਕਪੂਰੀ ਦੇ ਵਿੱਚ ਮੋਰਚਾ ਲਾ ਦਿੱਤਾ ਗਿਆ ਸੀ ਤੇ 1982 ਦੇ ਵਿੱਚ ਅਕਾਲੀ ਦਲ ਵੱਲੋਂ ਧਰਮ ਯੁੱਧ ਮੋਰਚਾ ਅੰਮ੍ਰਿਤਸਰ ਵਿਖੇ ਸ਼ੁਰੂ ਕੀਤਾ ਗਿਆ ਅਤੇ ਅਕਾਲੀ ਦਲ ਵੱਲੋਂ ਗ੍ਰਿਫਤਾਰੀਆਂ ਵੀ ਇਸ ਸੰਬੰਧ ਦਿੱਤੀਆਂ ਗਈਆਂ ਤੇ ਇਸ ਵਿਰੋਧ ਦਾ ਸਿਲਸਿਲਾ ਕਪੂਰੀ ਤੋਂ ਅੰਮ੍ਰਿਤਸਰ ਅਤੇ ਫਿਰ ਦਿੱਲੀ ਤੱਕ ਪਹੁੰਚਿਆ। 1985 ਦੇ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਹਰਚੰਦ ਸਿੰਘ ਲੋਗੋਵਾਲ ਵਿਚਕਾਰ ਇੱਕ ਸਮਝੌਤਾ ਹੋਇਆ ਅਤੇ ਇਹ ਸਮਝੌਤਾ ਪਾਣੀਆਂ ਦਾ ਸੀ। ਇਸ ਸਮਝੌਤੇ ਤੋਂ ਤਕਰੀਬਨ 1 ਮਹੀਨੇ ਬਾਅਦ ਹਰਚੰਦ ਸਿੰਘ ਲੋਗੋਵਾਲ ਦਾ ਖਾੜਕੂਆਂ ਵੱਲੋਂ ਕਤਲ ਕਰ ਦਿੱਤਾ ਗਿਆ ਤੇ 1986 ਦੇ ਵਿੱਚ ਰਾਵੀ ਬਿਆਸ ਵਾਟਰ ਟ੍ਰਿਬਿਊਨਲ ਬਣਾਇਆ ਗਿਆ ਤੇ ਜਿਸ ਵਿੱਚ ਇਸ ਨੇ 1981 ਦੇ ਵਿੱਚ ਸਰਕਾਰ ਦੇ ਫੈਸਲੇ ਨੂੰ ਬਰਕਰਾਰ ਰੱਖਣ ਦੀ ਗੱਲ ਕੀਤੀ। ਇਸ ਟ੍ਰਿਬਿਊਨਲ ਨੇ ਪੰਜਾਬ ਦੇ ਵਿੱਚ ਹਰਿਆਣੇ ਦੇ ਹਿੱਸੇ ਨੂੰ ਵੀ ਵਧਾ ਦਿੱਤਾ। ਪੰਜਾਬ ਨੂੰ 5 ਮਿਲੀਅਨ ਏਕੜ ਫੁੱਟ ਅਤੇ ਹਰਿਆਣੇ ਦੇ ਕੋਲ 3.83 ਮਿਲੀਅਨ ਏਕੜ ਫੁੱਟ ਹਿੱਸਾ ਦਿੱਤਾ ਗਿਆ। ਪੰਜਾਬ ਦੇ ਵਿੱਚ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਅਤੇ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸਨ। ਸੂਬੇ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਸ਼ੁਰੂ ਕਰ ਦਿੱਤੀ। 1982 ਦੇ ਵਿੱਚ ਵਿਰੋਧ ਤੋਂ ਬਾਅਦ ਕਈ ਜਗ੍ਹਾ ਇਸ ਨੂੰ ਮਿੱਟੀ ਦੇ ਨਾਲ ਵੀ ਭਰ ਦਿੱਤਾ ਗਿਆ। 1990 ਦੇ ਵਿੱਚ ਇਸ ਨਹਿਰ ਦੀ ਉਸਾਰੀ ਦੇ ਪ੍ਰੋਜੈਕਟ ਦੇ ਵਿੱਚ ਲੱਗੇ ਚੀਫ ਇੰਜੀਨੀਅਰ ML ਸੇਖੜੀ ਅਤੇ ਸੁਪਰਡੈਂਟ ਇੰਜੀਨੀਅਰ ਅਵਤਾਰ ਸਿੰਘ ਔਲਖ ਉੱਪਰ ਗੋਲੀਆਂ ਚਲਾਈਆਂ ਗਈਆਂ। ਦੋਹਾਂ ਦੀ ਮੌਤ ਹੋ ਜਾਂਦੀ ਹੈ ਤੇ ਨਹਿਰ ਦੀ ਉਸਾਰੀ ਦੇ ਵਿੱਚ ਲੱਗੇ 35 ਮਜ਼ਦੂਰਾਂ ਦਾ ਵੀ ਫਤਿਹਗੜ੍ਹ ਸਾਹਿਬ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ। ਇਹਨਾਂ ਘਟਨਾਵਾਂ ਤੋਂ ਬਾਅਦ ਨਹਿਰ ਦੀ ਉਸਾਰੀ ਨੂੰ ਰੋਕ ਦਿੱਤਾ ਗਿਆ ਤੇ 1996 ਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਇੱਕ ਵਾਰ ਫਿਰ ਨਹਿਰ ਦੀ ਉਸਾਰੀ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ। 2002 ਦੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 1 ਸਾਲ ਦੇ ਅੰਦਰ ਨਹਿਰ ਦੀ ਉਸਾਰੀ ਨੂੰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਪੰਜਾਬ ਦੇ ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਵੀ ਸਨ। ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਪਾਈ ਜਾਂਦੀ ਹੈ ਤੇ ਜਿਸ ਨੂੰ ਖਾਰਿਜ ਕਰ ਦਿੱਤਾ ਗਿਆ ਤੇ ਫਿਰ 2003 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ। ਆਖਿਆ ਗਿਆ ਕਿ ਪੰਜਾਬ ਦੇ ਕੋਲ ਹੁਣ ਹਰਿਆਣੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਅਤੇ ਇਸ ਨਹਿਰ ਦੀ ਉਸਾਰੀ ਦਾ ਕਰਵਾਈ ਜਾਏ। 2004 ਦੇ ਵਿੱਚ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਦੀ ਅਪੀਲ ਨੂੰ ਰੱਦ ਕੀਤਾ ਗਿਆ ਤੇ ਕੇਂਦਰ ਸਰਕਾਰ ਨੂੰ ਇਸ ਨਹਿਰ ਨੂੰ ਪੂਰਾ ਕਰਨ ਦੀ ਹਦਾਇਤ ਦਿੱਤੀ ਗਈ। ਪੰਜਾਬ ਸਰਕਾਰ ਤੋਂ ਉਸਾਰੀ ਦਾ ਕੰਮ ਲੈ ਕੇ CPWD ਮਹਿਕਮੇ ਨੂੰ ਦੇਣ ਦੀ ਗੱਲ ਕੇਂਦਰ ਸਰਕਾਰ ਨੇ ਕੀਤੀ। 2004 ਵਿੱਚ ਹੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਬੁਲਾ ਕੇ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ ਨੂੰ ਮਨਜ਼ੂਰੀ ਦਿੱਤੀ ਗਈ। ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ। ਇਸ ਐਕਟ ਦੇ ਤਹਿਤ ਪੰਜਾਬ ਵੱਲੋਂ ਗੁਆਂਢੀ ਸੂਬਿਆਂ ਨਾਲ ਪਾਣੀ ਸੰਬੰਧੀ ਸਮਝੌਤਿਆਂ ਨੂੰ ਰੱਦ ਕੀਤਾ ਗਿਆ ਤੇ 2004 ਦੇ ਵਿੱਚ ਹੀ ਇਸ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਸੁਪਰੀਮ ਕੋਰਟ ਨੂੰ ਭੇਜ ਦਿੱਤਾ ਗਿਆ ਤੇ 2016 ਦੇ ਵਿੱਚ ਸੁਪਰੀਮ ਕੋਰਟ ਵੱਲੋਂ ਇਸ ਤੋਂ ਮੁੜ ਸੁਣਵਾਈ ਸ਼ੁਰੂ ਕੀਤੀ ਗਈ। ਇਸ ਸਮੇਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਬੰਧਨ ਦੀ ਸਰਕਾਰ ਸੀ ਅਤੇ ਸਰਬਸੰਮਤੀ ਨਾਲ 2016 ਦੇ ਵਿੱਚ ਪੰਜਾਬ ਸਤਲੁਜ ਯਮੁਨਾ ਲਿੰਕ ਕਨਾਲ ਲੈਂਡ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਸ ਬਿੱਲ ਨੂੰ ਮਨਜ਼ੂਰੀ ਤੋਂ ਬਾਅਦ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਲਈ ਪੰਜਾਬ ਦੇ ਵਿੱਚ ਐਕਵਾਇਰ ਕੀਤੀ ਗਈ ਜ਼ਮੀਨ ਨੂੰ ਮਾਲਕਾਂ ਨੂੰ ਵਾਪਸ ਦੇਣ ਦੀ ਗੱਲ ਆਖੀ ਗਈ ਸੀ ਤੇ ਇਸ ਸੈਸ਼ਨ ਤੋਂ 3 ਦਿਨ ਬਾਅਦ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਕਿ ਨਹਿਰ ਦੀ ਉਸਾਰੀ ਦੀ ਜਗ੍ਹਾ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇ। ਨਵੰਬਰ 2016 ਸੁਪਰੀਮ ਕੋਰਟ ਨੇ ਆਖਿਆ ਕਿ 2004 ਚ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ਟਰਮੀਨੇਸ਼ਨ ਆਫ ਐਗਰੀਮੈਂਟ ਐਕਟ ਗੈਰ ਸੰਵਿਧਾਨਿਕ ਸੀ ਤੇ ਉਧਰ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਤੋਂ ਅਤੇ 42 ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਤੋਂ SYL ਮੁੱਦੇ ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਅਸਤੀਫਾ ਦੇ ਦਿੱਤਾ। ਇਸ ਦੌਰਾਨ ਪਹਿਲੀ ਵਾਰ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਦੇ ਵਿੱਚ ਲੱਗੀ ਆਮ ਆਦਮੀ ਪਾਰਟੀ ਨੂੰ ਵੀ ਪਟਿਆਲਾ ਦੇ ਕਪੂਰੀ ਪਿੰਡ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਤੇ ਪੰਜਾਬ ਦੀ ਰਾਜਨੀਤੀ ਵਿੱਚ ਨਵੀਂ ਆਈ ਇਸ ਪਾਰਟੀ ਨੇ ਵੀ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦੇ ਮੁੱਦੇ ਉੱਪਰ ਪੰਜਾਬੀਆਂ ਦੇ ਹੱਕ ਦੇ ਵਿੱਚ ਖੜਨ ਦੀ ਗੱਲ ਆਖੀ। ਤਕਰੀਬਨ 5300 ਏਕੜ ਜ਼ਮੀਨ ਨੂੰ ਅਕਵਾਇਰ ਕਰਨ ਦੀ ਸ਼ੁਰੂਆਤ ਜੋ 1977 ਦੇ ਵਿੱਚ ਹੋਈ ਸੀ, ਇਸ ਨੂੰ ਵਾਪਸ ਕਿਸਾਨਾਂ ਨੂੰ ਦੇਣ ਦੀ ਸ਼ੁਰੂਆਤ ਪੰਜਾਬ ਸਰਕਾਰ ਨੇ ਕੀਤੀ। 2017 ਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਬਜਟ ਦੇ ਵਿੱਚ ਨਹਿਰ ਨਾਲ ਸੰਬੰਧਿਤ ਪ੍ਰੋਜੈਕਟ ਵਾਸਤੇ 100 ਕਰੋੜ ਰੁਪਏ ਰੱਖੇ ਗਏ।
ਨਹਿਰ ਦੇ ਵਿਵਾਦ ਤੇ ਇਤਿਹਾਸ ਦੇ ਵਿੱਚ ਕਿਸੇ ਸੂਬਾ ਸਰਕਾਰ ਵੱਲੋਂ ਪਹਿਲੀ ਵਾਰ ਅਜਿਹਾ ਹੋਇਆ ਸੀ। ਸੁਪਰੀਮ ਕੋਰਟ ਵੱਲੋਂ ਵੀ ਇਸ ਸਾਲ ਆਖਿਆ ਗਿਆ ਸੀ ਕਿ ਪੰਜਾਬ ਸਰਕਾਰ ਨੂੰ ਅਦਾਲਤ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਇੰਡੀਅਨ ਨੈਸ਼ਨਲ ਲੋਕ ਅਦਾਲਤ ਵੱਲੋਂ ਨਹਿਰ ਦੀ ਉਸਾਰੀ ਲਈ ਪ੍ਰਦਰਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਅਭੈ ਚੌਟਾਲਾ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ। ਫਿਰ 2020 ਦੇ ਵਿੱਚ ਸੁਪਰੀਮ ਕੋਰਟ ਵੱਲੋਂ ਆਖਿਆ ਗਿਆ ਕਿ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਤਿੰਨੋਂ ਮਿਲ ਕੇ ਇਸ ਮਾਮਲੇ ਦਾ ਹੱਲ ਕੱਢਣ। ਦਿੱਲੀ ਵਿਖੇ ਜਲ ਸ਼ਕਤੀ ਮੰਤਰਾਲੇ ਵਿੱਚ ਤਿੰਨਾਂ ਸਰਕਾਰਾਂ ਦੇ ਨੁਮਾਇੰਦੇ ਵੱਲੋਂ ਕਈ ਵਾਰ ਬੈਠਕਾਂ ਕੀਤੀਆਂ ਗਈਆਂ। ਅਗਸਤ 2020 ਦੇ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਕੇਂਦਰ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦਰਮਿਆਨ ਇੱਕ ਹੋਰ ਬੈਠਕ ਹੋਈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਬੈਠਕ ਦੇ ਵਿੱਚ ਕੇਂਦਰ ਸਰਕਾਰ ਨੂੰ ਆਖਿਆ ਗਿਆ ਕਿ SYL ਦੀ ਉਸਾਰੀ ਕੌਮੀ ਸੁਰੱਖਿਆ ਦਾ ਮੁੱਦਾ ਬਣ ਜਾਵੇਗੀ ਅਤੇ ਪੰਜਾਬ ਨੂੰ ਅੱਗ ਲੱਗ ਜਾਵੇਗੀ। ਇਸ ਦਾ ਅਸਰ ਹਰਿਆਣਾ ਅਤੇ ਰਾਜਸਥਾਨ ਨੂੰ ਭੁਗਤਣਾ ਪਵੇਗਾ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਟ੍ਰਿਬਿਊਨਲ ਬਣਾਉਣ ਦੀ ਅਪੀਲ ਵੀ ਕੀਤੀ ਗਈ, ਜਿਸ ਰਾਹੀਂ ਮੌਜੂਦਾ ਹਾਲਾਤਾਂ ਮੁਤਾਬਕ ਪਾਣੀ ਦਾ ਮੁਲਾਂਕਣ ਕੀਤਾ ਜਾਵੇ। ਤੇ 2021 ਦੇ ਵਿੱਚ ਨੀਤੀ ਆਯੋਗ ਦੀ ਬੈਠਕ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਸਨ ਤੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਦੇ ਵਿੱਚ ਸਰਕਾਰ ਦੀਆਂ ਉਪਲਬਧੀਆਂ ਦੱਸਦੇ ਹੋਏ SYL ਦੀ ਗੱਲ ਵੀ ਕੀਤੀ। ਖੱਟਰ ਨੇ ਆਖਿਆ ਸੀ ਕਿ ਸੂਬੇ ਦੇ ਵਿੱਚ ਪਾਣੀ ਦੀ ਕਮੀ ਹੋ ਰਹੀ ਹੈ ਅਤੇ ਜੇਕਰ SYL ਅਤੇ ਹਾਂਸੀ ਬੁਟਾਣਾ ਨਹਿਰ ਦਾ ਮੁੱਦਾ ਹੱਲ ਹੋ ਜਾਵੇ ਤਾਂ ਪਾਣੀ ਦੀ ਸਮੱਸਿਆ ਹੱਲ ਹੋ ਜਾਂਦੀ ਹੈ। ਤੇ 2022 ਦੇ ਵਿੱਚ ਪੰਜਾਬ ਦੇ ਵਿੱਚ ਪਹਿਲੀ ਵਾਰ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਵਿਰੋਧੀ ਰਾਜਨੀਤਿਕ ਦਲਾਂ ਨੇ SYL ਦੇ ਮੁੱਦੇ ਤੇ ਆਪਣਾ ਪੱਖ ਰੱਖਣ ਦੀ ਗੱਲ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਆਖਿਆ ਗਿਆ ਸੀ ਕਿ ਹੁਣ ਪੰਜਾਬ ਅਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਇਸ ਮੁੱਦੇ ਨੂੰ ਹੱਲ ਕਰਨਾ ਚਾਹੀਦਾ ਹੈ। ਤੇ ਚੰਡੀਗੜ੍ਹ ਦੇ ਮੁੱਦੇ ਤੇ ਪੰਜਾਬ ਵੱਲੋਂ 1 ਅਪ੍ਰੈਲ 2022 ਨੂੰ ਵਿਸ਼ੇਸ਼ ਵਿਧਾਨ ਸਭਾ ਤੋਂ ਬਾਅਦ ਹਰਿਆਣਾ ਵੱਲੋਂ 5 ਅਪ੍ਰੈਲ ਨੂੰ ਸੈਸ਼ਨ ਸੱਦਿਆ ਗਿਆ ਤੇ ਸੈਸ਼ਨ ਦੇ ਵਿੱਚ ਚੰਡੀਗੜ੍ਹ ਦੇ ਨਾਲ-ਨਾਲ SYL ਦਾ ਮੁੱਦਾ ਵੀ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ। 19 ਅਪ੍ਰੈਲ ਨੂੰ ਹਰਿਆਣੇ ਤੋਂ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਆਖਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਅਤੇ 2024 ਦੇ ਵਿੱਚ ਹਰਿਆਣੇ ਦੇ ਵਿੱਚ ਨਵੀਂ ਸਰਕਾਰ ਆਵੇਗੀ। 2025 ਦੇ ਵਿੱਚ ਹਰਿਆਣੇ ਦੇ ਹਰ ਖੇਤ ਤੱਕ ਪਾਣੀ ਪਹੁੰਚੇਗਾ। ਉਹਨਾਂ ਨੇ ਕੁਰਸ਼ੇਤਰ ਵਿਖੇ SYL ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਸਟੈਂਡ ਬਾਰੇ ਸਵਾਲ ਦੇ ਜਵਾਬ ਵਿੱਚ ਇਹ ਬਿਆਨ ਦਿੱਤਾ ਸੀ। ਤੇ ਫਿਲਹਾਲ ਹੁਣ ਸੁਪਰੀਮ ਕੋਰਟ ਦੇ ਵਿੱਚ ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ 2023 ਨਿਰਧਾਰਿਤ ਕਰ ਦਿੱਤੀ ਗਈ ਹੈ। ਤੇ ਉਧਰ ਚੋਣ ਕਮਿਸ਼ਨ ਨੇ ਹਿਮਾਚਲ ਚੋਣਾਂ ਦਾ ਐਲਾਨ ਕਰ ਦਿੱਤਾ। ਜੀ ਹਾਂ, ਹਿਮਾਚਲ ਵਿਧਾਨ ਸਭਾ ਚੋਣਾਂ 12 ਨਵੰਬਰ ਨੂੰ ਹੋਣਗੀਆਂ ਅਤੇ 8 ਦਸੰਬਰ ਨੂੰ ਨਤੀਜਾ ਆਵੇਗਾ। ਮੁੱਖ ਚੋਣ ਕਮਿਸ਼ਨ ਨੇ ਕਿਹਾ ਹਿਮਾਚਲ ਦੇ ਵਿੱਚ 17 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਹਿਮਾਚਲ ਦੇ ਵਿੱਚ ਇੱਕੋ ਪੜਾਅ ਦੇ ਵਿੱਚ ਚੋਣਾਂ ਹੋਣਗੀਆਂ। 27 ਅਕਤੂਬਰ ਤੱਕ ਨਾਮਜ਼ਦਗੀਆਂ ਦੀ ਪੜਤਾਲ ਹੋਣੀ ਹੈ ਤੇ 29 ਅਕਤੂਬਰ ਨੂੰ ਨਾਮ ਵਾਪਸ ਲਏ ਜਾ ਸਕਦੇ ਹਨ ਤੇ 12 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ 8 ਦਸੰਬਰ ਨੂੰ ਗਿਣਤੀ ਹੋਵੇਗੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਦੀਆਂ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਵਚਨਬੱਧ ਹਾਂ। ਨਵੇਂ ਵੋਟਰ, ਔਰਤਾਂ, ਬਜ਼ੁਰਗਾਂ, ਅੰਗਹੀਣਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇ ਕਿ ਵੱਧ ਤੋਂ ਵੱਧ ਲੋਕ VOTING ਦੇ ਵਿੱਚ ਹਿੱਸਾ ਲੈਣ। ਉਹਨਾਂ ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨ ਪਹੁੰਚਯੋਗ, ਸੁਰੱਖਿਅਤ ਅਤੇ ਆਰਾਮਦਾਇਕ ਹੋਣਗੇ। ਪਾਣੀ, VOTING ਸ਼ੈੱਡ, ਟਾਇਲਟ, ਰੋਸ਼ਨੀ ਦੀ ਸਹੂਲੀਅਤ ਹੋਵੇਗੀ ਤੇ ਉਹਨਾਂ ਇਹ ਵੀ ਕਿਹਾ ਕਿ ਆਪਣੀ ਉਮੀਦਵਾਰਾਂ ਨੂੰ ਜਾਣਨ ਲਈ ਸਾਰੀ ਜਾਣਕਾਰੀ ਉਪਲਬਧ ਹੋਵੇਗੀ। ਇਸ ਦੇ ਨਾਲ ਹੀ ਕਿਹਾ ਕਿ ਇਹ ਨਾਗਰਿਕਾਂ ਦਾ ਅਧਿਕਾਰ ਹੈ। ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਨੂੰ 3 ਵਾਰ ਅਖਬਾਰਾਂ ਅਤੇ TV ਚੈਨਲਾਂ ਦੇ ਵਿੱਚ ਇਸ਼ਤਿਹਾਰ ਰਾਹੀਂ ਅਪਰਾਧਿਕ ਜਾਣਕਾਰੀ ਦੇਣੀ ਪਵੇਗੀ। ਚੋਣ ਕਮਿਸ਼ਨ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਲਈ ਪ੍ਰਬੰਧ ਕੀਤੇ ਹਨ। ਪ੍ਰੈਸ ਕਾਨਫਰੰਸ ਦੌਰਾਨ ਕੀ ਕੁਝ ਮੁੱਖ ਚੋਣ ਕਮਿਸ਼ਨ ਨੇ ਕਿਹਾ, ਆਓ ਤੁਹਾਨੂੰ ਉਹ ਵੀ ਸੁਣਾ ਲਈਏ। There are 1.2 lakh voters who would be 80 plus in Himachal, and 1.86 lakh voters would be first time voters between 18 years and 19 years. And these are the one with whom we are very focused way we are connecting with all of them by organizing
large number of events in their colleges and institutions. As you know, the amendment in section 14 enabled us to register voters in the 4 qualifying dates. तो आप इसको अगर मैं ऐसे समझाऊं कि जो लोग 1 जनवरी अगर ये अमेंडमेंट ना होता तो 1 जनवरी 22 को जो भी लोग 18 इयर्स के हो गए वही वोटर बन पाते, उसके बाद में 1 जनवरी 23 की क्वालिफाइंग डेट से वोटर बनते. बट बिकॉज ऑफ दिस चेंज in Himachal alone, those who were born after 1st January 22 but before October 22, 43,173 additional voters have been enrolled and they would be able to participate in this festival. This is only because of the amendment which happened, and you can extrapolate it and see because of these 4 changes. And now what we have done and what will happen in the SSR now, even if somebody is 17 and is going to be 18 next year till October 2023, in the new SSR which is coming in the entire country, they can apply in advance. And we take the responsibility of keeping that application with us and making him or her the voter the date on his or her birthday. And our officers will send them a kit, a welcome kit for the new voters, which will contain the EPIC card, which will contain how to vote, which will contain about how the EVMs function, which will contain the digital, the website links to where they can educate themselves about the election process. We through you call upon all voters in Himachal to come out and vote. Their participation should take inspiration from the elders who are there in that state, and our fervent appeal that all stakeholders maintain COVID appropriate behavior. Friends, आयोग ने हमेशा मीडिया को चुनावी प्रक्रिया में अपना सबसे बड़ा एलाई माना है. It's a kind of a natural ally. That is why first time we come here and announce. There is nobody who comes to know of this. मैं दोहराना चाहूंगा कि आपके माध्यम से सभी वोटर्स को एक बार पुनः अपील करेंगे. And the exact schedule for the state would be as it's being shown on your slides. Notification date. If it is visible, the date for the Gazette notification would be 17th October. The election would be in one phase. Last date for nomination would be 25th October, that is Tuesday. Date for scrutiny would be 27th. Last date for withdrawal would be 29th. And date of poll 12th November. And date of counting 8th December. And the entire process is completed by 10th of December. ਤੇ ਆਓ ਗੱਲ ਕਰਦੇ ਹਾਂ ਹੁਣ ਮਹਿੰਗਾਈ ਦੀ. ਤੇ ਸਤੰਬਰ ਦੇ ਵਿੱਚ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲੀ ਹੈ ਅਤੇ ਥੋਕ ਮੁੱਲ ਸੂਚਕ ਅੰਕ ਹੇਠਾਂ ਆਇਆ. ਸਤੰਬਰ ਦੇ ਵਿੱਚ ਥੋਕ ਮਹਿੰਗਾਈ ਦਰ ਮਹੀਨੇ ਦੇ ਆਧਾਰ ਤੇ ਘਟ ਕੇ 10.70% ਤੇ ਆ ਗਈ ਹੈ. ਅਗਸਤ 'ਚ ਥੋਕ ਮਹਿੰਗਾਈ ਦਰ 12.4% ਤੇ ਰਹੀ. ਸਤੰਬਰ 'ਚ ਥੋਕ ਮਹਿੰਗਾਈ ਦਰ 11% ਤੋਂ ਜ਼ਿਆਦਾ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਸੀ, ਜੋ ਕਿ 10.5% ਤੋਂ ਥੋੜਾ ਜ਼ਿਆਦਾ ਆਇਆ. ਥੋਕ ਮਹਿੰਗਾਈ ਦੇ ਆંકੜੇ ਕੁਝ ਸਮਾਂ ਪਹਿਲਾਂ ਆਏ ਹਨ ਅਤੇ ਇਹਨਾਂ ਦੇ ਵਿੱਚ ਆਈ ਗਿਰਾਵਟ ਤੋਂ ਪਤਾ ਲੱਗਦਾ ਹੈ ਕਿ ਇਹ ਦਰ ਖਾਣ ਪੀਣ ਦੀਆਂ ਵਸਤਾਂ ਦੇ ਵਿੱਚ ਆਈ ਕੀਮਤਾਂ ਦੇ ਵਿੱਚ ਮਾਮੂਲੀ ਗਿਰਾਵਟ ਦੇ ਕਾਰਨ ਆਈ ਹੈ. ਥੋਕ ਮਹਿੰਗਾਈ ਦਰ 11% ਤੋਂ ਹੇਠਾਂ ਆਉਣ ਨਾਲ ਮਹਿੰਗਾਈ ਤੋਂ ਮਾਮੂਲੀ ਰਾਹਤ ਦਾ ਸੰਕੇਤ ਸਮਝਿਆ ਜਾ ਸਕਦਾ. ਸਤੰਬਰ 2021 ਦੇ ਵਿੱਚ ਥੋਕ ਮਹਿੰਗਾਈ ਦਰ 11.8% ਤੇ ਆਈ ਤੇ ਇਸ ਸਾਲ ਇਹ ਆંકੜਾ 10.70% ਤੇ ਆ ਗਿਆ. ਜੇਕਰ ਇਸ ਸਾਲ ਦੇਖਿਆ ਜਾਵੇ ਤਾਂ ਮਈ 2022 ਦੇ ਵਿੱਚ ਥੋਕ ਮਹਿੰਗਾਈ ਦਰ 15.88% ਦੇ ਰਿਕਾਰਡ ਨੂੰ ਛੂ ਗਈ ਸੀ. ਇਸ ਦੇ ਨਾਲ ਹੀ ਇਹ ਲਗਾਤਾਰ 18ਵਾਂ ਮਹੀਨਾ ਹੈ ਕਿ ਜਦੋਂ ਸਤੰਬਰ 'ਚ ਮਹਿੰਗਾਈ ਦਰ 10% ਤੋਂ ਜ਼ਿਆਦਾ ਹੋਣ ਕਾਰਨ ਮਹਿੰਗਾਈ ਦਰ ਦੋਹਰੇ ਅੰਕਾਂ ਦੇ ਵਿੱਚ ਆਈ ਹੈ. ਸਤੰਬਰ ਦੇ ਵਿੱਚ ਖੁਰਾਕੀ ਮਹਿੰਗਾਈ ਦਰ ਵੀ ਘਟ ਕੇ 8.8% ਤੇ ਆ ਗਈ ਹੈ ਤੇ ਜੋ ਕਿ ਪਿਛਲੇ ਮਹੀਨੇ ਅਗਸਤ 'ਚ 9.93% ਸੀ. ਹਾਲਾਂਕਿ ਸਬਜ਼ੀਆਂ ਦੀ ਮਹਿੰਗਾਈ ਦਰ 'ਚ ਜ਼ਬਰਦਸਤ ਵਾਧਾ ਹੋਇਆ ਅਤੇ ਸਤੰਬਰ 'ਚ ਇਹ 39.66% ਤੇ ਆ ਗਈ ਹੈ.
ਤੇ ਸਤੰਬਰ ਦੇ ਵਿੱਚ ਜ਼ਿਆਦਾ ਮੀਂਹ ਪੈਣ ਦੇ ਕਾਰਨ ਸਬਜ਼ੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ। ਖੈਰ ਮਹਿੰਗਾਈ ਇੱਕ ਵਾਰ ਫਿਰ ਆંકੜਿਆਂ ਦੇ ਦੇਖੀਏ ਤਾਂ ਮਹਿੰਗਾਈ ਲੱਗਦਾ ਹੈ ਕਿ ਮਹਿੰਗਾਈ ਤੋਂ ਰਾਹਤ ਮਿਲੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਮਹਿੰਗਾਈ ਵਧੀ ਜਾ ਰਹੀ ਹੈ। ਤੇ ਖੈਰ ਇਹ ਸੀ ਅੱਜ ਦਾ ਪ੍ਰਾਈਮ ਟਾਈਮ। ਸੋਮਵਾਰ ਫਿਰ ਮਿਲਾਂਗੇ ਇਸੇ ਟਾਈਮ। ਤਦ ਤੱਕ ਦਿਓ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।